ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਸਟੋਰੀ ਆਫ ਦਾ ਡੇ। ਭਾਰਤ ਨੂੰ ਆਜ਼ਾਦ ਹੋਇਆਂ ਭਾਵੇਂ ਲੰਮਾ ਅਰਸਾ ਹੋ ਗਿਆ, ਪਰ ਅੱਜ ਵੀ ਭਾਰਤ ਦੇ ਲੋਕ ਆਜ਼ਾਦੀ ਦਾ ਨੇ ਗਮਾਣਦੇ ਹੋਏ ਨਜ਼ਰ ਨਹੀਂ ਆਉਂਦੇ। ਹੱਕ ਅਤੇ ਸੱਚ ਨੂੰ ਲੈ ਕੇ ਕੋਈ ਨਾ ਕੋਈ ਮਸਲਾ ਸੁਰਖੀਆਂ ਦੇ ਵਿੱਚ ਰਹਿੰਦਾ ਹੀ ਹੈ। ਖੈਰ, ਗੱਲ ਕਰਦੇ ਹਾਂ ਹਾਲ ਹੀ ਵਿੱਚ ਸਰਗਰਮ ਮਸਲੇ ਦੀ। ਖਬਰ ਉੱਤਰ ਪ੍ਰਦੇਸ਼ ਦੀ ਹੈ, ਜਿੱਥੇ ਇਸ ਵਕਤ ਸਰਕਾਰ ਨੇ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਕਬਜ਼ੇ ਹੇਠ ਲੈ ਲਈਆਂ ਨੇ ਅਤੇ ਉਹਨਾਂ ਨੂੰ ਉਜਾੜਨ ਦਾ ਫੈਸਲਾ ਕੀਤਾ। ਪਰ ਅਜੇ ਇਹ ਸਿਲਸਿਲਾ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ। ਦੁਨੀਆ ਨੂੰ ਪਤਾ ਹੈ ਕਿ ਉੱਤਰ ਪ੍ਰਦੇਸ਼ ਦੇ ਜੰਗਲੀ ਖੇਤਰ ਦੇ ਵਿੱਚ ਸਿੱਖਾਂ ਨੇ ਪੂਰੀ ਮਿਹਨਤ ਨਾਲ ਇਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ ਸੀ। ਪਹਿਲਾਂ ਗੁਜਰਾਤ 'ਚ, ਉੜੀਸਾ, ਮੱਧ ਪ੍ਰਦੇਸ਼ ਅਤੇ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਸਿੱਖਾਂ ਨੂੰ ਉਜਾੜਿਆ ਜਾ ਰਿਹਾ। ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਕਰੋਨਾ ਆਫਤ ਦੇ ਘੋਰ ਸੰਕਟ ਵਿੱਚ 3 ਪੀੜ੍ਹੀਆਂ ਤੋਂ ਜ਼ਮੀਨਾਂ ਆਬਾਦ ਕਰਕੇ ਬੈਠੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਜਾੜਨ ਦੇ ਰਾਹ ਤੁਰ ਪਈ ਆ। ਪਿਛਲੇ ਦਿਨੀ ਸਿੱਖ ਵਸੋਂ ਵਾਲੇ ਰਾਜਾਂ ਦੇ ਤਰਾਈ ਖੇਤਰ ਦੇ ਜ਼ਿਲ੍ਹਾ ਰਾਮਪੁਰਾ ਦੇ 15 ਪਿੰਡਾਂ, ਜ਼ਿਲ੍ਹਾ ਬਿਜਨੌਰ ਵਿੱਚ ਪੈਂਦੇ ਪਿੰਡ ਚਪਤਪੁਰ ਅਤੇ ਜ਼ਿਲ੍ਹਾ ਲਖਮੀਪੁਰ ਖੀਰ ਦੇ ਪਿੰਡ ਰਣਨਗਰ ਵਿਚਾਲੇ ਕਿਸਾਨਾਂ ਨੂੰ ਪੁਲਿਸ ਨੇ ਜ਼ੋਰ ਉੱਤੇ ਪ੍ਰਸ਼ਾਸਨ ਨੇ ਉਜਾੜਨਾ ਸ਼ੁਰੂ ਕਰ ਦਿੱਤਾ ਹੈ। ਇਸ ਖੇਤਰ ਦੇ ਸਾਰੇ ਸਿੱਖ ਪਰਿਵਾਰ 1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਠ ਕੇ ਇੱਥੇ ਆ ਕੇ ਵਸੇ ਸਨ ਅਤੇ ਕਈ ਦਹਾਕਿਆਂ ਦੀ ਮਿਹਨਤ ਬਾਅਦ ਜ਼ਮੀਨਾਂ ਆਬਾਦ ਕੀਤੀਆਂ ਸਨ। 1980 ਵਿੱਚ ਹੋਈ ਚੱਕਬੰਦੀ ਸਮੇਂ 20 ਸਾਲਾਂ ਦੇ ਕਬਜ਼ਾ ਹੋਣ ਕਰਕੇ ਇੱਥੇ ਵਸੇ ਕਿਸਾਨਾਂ ਨੂੰ ਹੱਕ ਮਾਲਕੀ ਮਿਲ ਗਈ ਸੀ। ਪਰ ਉੱਤਰ ਪ੍ਰਦੇਸ਼ ਸਰਕਾਰ ਨੇ ਘੁੱਗ ਵਸਦੇ ਸਿੱਖ ਪਰਿਵਾਰਾਂ ਉੱਪਰ ਹੁਣ ਆਫਤ ਦੀ ਤਲਵਾਰ ਧਾਰ ਦਿੱਤੀ ਹੈ। ਇਹ ਸਾਰਾ ਮਸਲਾ ਆਖਿਰ ਕੀ ਹੈ, ਇਸ ਦੀ ਸ਼ੁਰੂਆਤ ਕਦੋਂ ਹੋਈ, ਇਸ ਖੇਤਰ ਵਿੱਚ ਵਸਦੇ ਸਿੱਖਾਂ ਨੇ ਕਿਵੇਂ ਇਸ ਜ਼ਮੀਨਾਂ ਨੂੰ ਆਬਾਦ ਕੀਤਾ, ਸੋ ਇਸ ਵਿਸ਼ੇ ਉੱਤੇ ਸਾਰੀ ਗੱਲਬਾਤ ਅਸੀਂ ਕੀਤੀ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਨਾਲ। ਜਾਣਦੇ ਹਾਂ ਕਿ ਉਹਨਾਂ ਨੇ ਇਸ ਬਾਰੇ ਕੀ ਕਿਹਾ। ਪ੍ਰੋਫੈਸਰ ਸਾਹਿਬ, ਜਿਹੜੇ ਹੁਣ ਮੁਲਕ ਦੇ ਹਾਲਾਤ ਬਣੇ ਨੇ ਉਹਦੇ ਵਿੱਚ ਜੇਕਰ ਰੀਸੈਂਟਲੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਮਸਲਾ ਹੈ ਵੀ ਸਿੱਖਾਂ ਨੂੰ, ਪਰਿਵਾਰਾਂ ਨੂੰ ਉੱਥੋਂ ਉਜਾੜਿਆ ਜਾ ਰਿਹਾ। ਸਿੱਖ ਕਿਸਾਨਾਂ ਨੂੰ ਜੋ 47 ਦੀ ਵੰਡ ਸਮੇਂ ਇੱਥੇ ਆ ਕੇ ਵਸੇ ਸੀ, ਸਰਕਾਰਾਂ ਨੇ ਜ਼ਮੀਨਾਂ ਅਲਾਟ ਕੀਤੀਆਂ ਸੀ ਅਤੇ ਹੁਣ ਕਿਹਾ ਜਾ ਰਿਹਾ ਤੁਸੀਂ ਇੱਥੋਂ ਪਾਸੇ ਹੋ ਜਾਓ। ਸੋ ਇਸ ਮਸਲੇ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਦੇਖੋ, ਤੁਹਾਨੂੰ ਇਹ ਪਤਾ ਸਾਰੇ ਜਿਹੜੇ ਜੱਟ ਹੈਗਾ ਆ ਜਾਂ ਜੱਟ ਸਿੱਖ ਇੱਥੋਂ ਦਾ ਪੰਜਾਬ ਦਾ ਕਿਸਾਨ ਕਹਿ ਲਓ ਤੁਸੀਂ ਮੋਟੇ ਤੌਰ 'ਤੇ, ਉਹਦਾ ਜ਼ਮੀਨ ਨਾਲ ਇੰਨਾ ਮੋਹ ਹੈ ਕਿ ਉਹ ਜ਼ਮੀਨ ਭਾਵੇਂ ਚੰਦਰਮੇ 'ਤੇ ਹੋਵੇ, ਉਹਨੂੰ ਕਹਿ ਦਿਓ ਕਿ ਉੱਥੇ ਜਾਣਾ ਹੋਵੇ ਜ਼ਮੀਨ ਵਾਹੁਣੀ ਆ, ਉਹ ਅਫਰੀਕਾ ਵੀ ਚਲੇ ਜਾਂਦੇ, ਉਹ ਚੰਦਰਮੇ 'ਤੇ ਵੀ ਚਲੇ ਜਾਣਗੇ, ਲੈਟਰ ਅਮਰੀਕਾ 'ਚ ਜਾ ਕੇ ਜ਼ਮੀਨਾਂ ਖਰੀਦਦੇ ਹੈਗੇ ਆ। ਕੈਲੀਫੋਰਨੀਆ ਸਾਰਾ ਕਿੱਡੇ ਕਿੱਡੇ ਵੱਡੇ ਇਹਨਾਂ ਨੇ ਫਾਰਮ ਉੱਥੇ ਬਣਾਏ ਆ। ਇਹ ਮਿੱਟੀ ਦਾ ਮੋਹ ਕੋਈ ਮਾੜੀ ਗੱਲ ਨਹੀਂ ਹੈ, ਮਿਹਨਤੀ ਵੀ ਹੈ, ਕਲਾ ਵੀ ਉਹਨਾਂ ਕੋਲ ਕਾਫੀ ਹੈਗੀ ਇਸ ਕਿਸਮ ਦੀ। ਅਤੇ ਮੈਨੂੰ ਇਹ ਪਤਾ ਕਿਉਂਕਿ ਮੈਂ ਆਪਣਾ MSc ਦਾ ਜਿਹੜਾ ਥੀਸਿਸ ਲਿਖਿਆ ਸੀਗਾ ਉਹ ਇਸੇ ਮਸਲੇ 'ਤੇ ਲਿਖਿਆ ਸੀਗਾ 78-79 'ਚ, ਵੇ ਬੈਕ। ਔਰ ਉਸ ਦੇ ਵਿੱਚ ਕਰਨਵੀਰ ਮੈਂ ਪਾਇਆ, ਮੈਂ ਜਦੋਂ ਲੋਕਾਂ ਨੂੰ ਘਰੋਂ ਘਰ ਜਾ ਕੇ ਪੁੱਛਿਆ, ਇਹ ਤਰਾਈ ਦੇ ਲਖੀਮਪੁਰ ਖੇੜੀ ਏਰੀਆ ਦਾ, ਜਿੱਥੇ ਇੱਕ ਪਿੰਡ ਲਖੀਮਪੁਰ ਖੇੜੀ ਦਾ ਆ, ਅੱਜ ਨਿਗਾਸਨ ਦੇ ਨੇੜੇ ਆ ਪਿੰਡ, ਜਿਹੜਾ ਰਾਮਨਗਰ ਪਿੰਡ ਆ। ਦੂਸਰਾ ਪਿੰਡ ਜਿਹੜਾ ਆ ਉਹ ਬਿਜਨੌਰ ਦੇ ਵਿੱਚ ਹੈਗਾ ਆ, ਚੰਪਤਪੁਰ ਮੇਰਾ ਖਿਆਲ ਉਹਦਾ ਨਾਂ ਹੈਗਾ। ਇਹ 2 ਪਿੰਡ ਹੈਗੇ ਜਿੱਥੇ ਜ਼ਿਆਦਾ ਕਲੈਸ਼ ਹੋਇਆ। ਅਤੇ ਇੱਕ ਜ਼ਿਲ੍ਹੇ ਹੋਰ ਦੇ ਵਿੱਚ ਵੀ ਇਹੋ ਜਿਹਾ ਰੌਲਾ ਹੈਗਾ। ਪਰ ਮੈਂ ਮੋਟੇ ਤੌਰ 'ਤੇ ਤਰਾਈ ਦੀ ਇਸ ਗੱਲ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਉੱਤਰਾਖੰਡ ਤੋਂ ਲੈ ਕੇ, ਪਹਿਲਾਂ ਤਾਂ ਯੂਪੀ ਦੇ ਵਿੱਚ ਹੀ ਸੀ ਉੱਤਰਾਖੰਡ ਦੇ ਦੇਹਰਾਦੂਨ ਦੇ ਨੇੜੇ ਤੋਂ ਲੈ ਕੇ ਅੱਗੇ ਤੱਕ ਤੁਸੀਂ ਚਲੇ ਜਾਓ, ਜਿਹੜਾ ਹਿਮਾਲਯਨ ਫੁੱਟ ਹਿਲਸ ਦੇ ਨਾਲ ਉੱਥੇ 14 ਜ਼ਿਲ੍ਹੇ ਆ ਯੂਪੀ ਦੇ, ਜਿਹਦੇ ਵਿੱਚ ਜਿਹਨੂੰ ਤਰਾਈ ਕਹਿੰਦੇ। ਤਰਾਈ ਦਾ ਮਤਲਬ ਇਹ ਲੋ ਲਾਇੰਗ ਏਰੀਆ ਹੈਗਾ ਆ, ਜਿੱਥੇ ਪਾਣੀ ਬੜਾ ਉੱਪਰ ਆ, ਪਾਣੀ ਦੀ ਸਤ੍ਹਾ ਬੜੀ ਉੱਪਰ ਆ, ਪਰ ਇਹ ਬੜਾ ਥਿੱਕ ਜੰਗਲ ਜਿਹਦੇ 'ਚ ਕੋਈ ਜਾਣਾ ਨਹੀਂ ਸੀ ਚਾਹੁੰਦਾ। ਉਹਦੇ 'ਚ ਮੱਛਰ, ਸੱਪ, ਸ਼ੇਰ, ਘਾਹ ਫੂਸ, ਕਈ ਜਗ੍ਹਾ ਮਲੇ, ਬਹੁਤ ਮਤਲਬ ਭਿਆਨਕ। ਮੈਂ ਖੁਦ ਉਸ ਗੱਲ ਨੂੰ ਮੈਂ ਉਹੋ ਜਿਹੀਆਂ ਜ਼ਮੀਨਾਂ ਨੂੰ ਆਬਾਦ ਕਰਨ ਦੇ ਵਿੱਚ ਲੱਗਾ ਰਿਹਾ ਹਾਂ, ਕਿਉਂਕਿ ਸਾਡੀ ਵੀ ਜ਼ਮੀਨ ਲਖੀਮਪੁਰ ਖੇੜੀ ਏਰੀਏ ਦੇ ਵਿੱਚ ਹੈਗੀ ਹੈ, ਕੁਝ ਪੀਲੀਭੀਤ ਏਰੀਏ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਦੀ ਹੈ। ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਮਸਲਾ ਹੈ ਉਹ ਮਸਲੇ ਦਾ ਅਸਲ 'ਚ ਹੈ ਜ਼ਮੀਨਾਂ ਦੇ ਟਾਈਟਲਸ ਦਾ। ਜਦੋਂ ਤੋਂ ਇਸ ਤਰ੍ਹਾਂ ਬੇਆਬਾਦ ਜ਼ਮੀਨਾਂ ਪਈਆਂ ਸੀ, ਉੱਥੇ ਕਦੀ ਬੰਗਾਲੀਆਂ ਨੂੰ ਲਿਆਂਦਾ ਗਿਆ, ਕਦੀ ਕਿੱਥੇ ਲੋਕਾਂ ਨੂੰ ਲਿਆ ਕੇ ਉੱਥੇ ਉਸ ਜ਼ਮੀਨ ਨੂੰ ਆਬਾਦ ਕਰਨ ਦੀਆਂ ਬੜੀਆਂ ਪਹਿਲਾਂ ਕੋਸ਼ਿਸ਼ਾਂ ਹੋਈਆਂ। ਆਖਿਰ 'ਚ ਅੱਜ ਤੋਂ 60 ਤੋਂ 65 ਸਾਲ ਪਹਿਲਾਂ ਜਦੋਂ ਪੰਜਾਬੀਆਂ ਨੂੰ ਇਨਵੀਟੇਸ਼ਨ ਦਿੱਤਾ ਗਿਆ, ਉੱਥੋਂ ਦੀ ਜਿਹੜੀ ਨਹਿਰੂ ਦੀ ਗੌਰਮੈਂਟ ਸੀ ਉਹਨਾਂ ਦਿਨਾਂ ਦੇ ਵਿੱਚ, ਜਾਂ ਕਾਂਗਰਸ ਦੀਆਂ ਗੌਰਮੈਂਟਾਂ ਸੀ, ਤਾਂ ਉੱਥੇ ਕਰਨਵੀਰ ਜੀ ਇਹਨਾਂ ਨੇ ਜਾ ਕੇ ਮੁਕਾਬਲਾ ਕੀਤਾ, ਕਹਿੰਦੇ ਵੇਖੀ ਜਾਊਗੀ ਜੋ ਹੋਊਗੀ। ਉੱਥੇ ਫਲੱਡ ਆਉਂਦੇ ਸੀਗੇ, ਉੱਥੇ ਪੁਲ ਟੁੱਟ ਜਾਂਦੇ ਸੀਗੇ, ਬਹੁਤ ਬੁਰੇ ਹਾਲਾਤਾਂ ਦੇ ਵਿੱਚ ਉਹ ਜ਼ਮੀਨਾਂ ਨੂੰ ਆਬਾਦ ਕੀਤਾ। ਹਾਲਤ ਇਹ ਹੁੰਦੀ ਸੀ ਕਿ ਕਈ ਦਿਨ ਰਾਸ਼ਨ ਨਹੀਂ ਸੀ ਹੁੰਦਾ ਜਦੋਂ ਤੁਸੀਂ ਫਲੱਡ ਦੇ ਵਿੱਚ ਘਿਰ ਜਾਂਦੇ ਸੀਗੇ, ਪੁਲ ਟੁੱਟ ਜਾਂਦੇ ਸੀਗੇ। ਮਤਲਬ
ਮੈਂ ਖੁਦ ਅੱਖਾਂ ਨਾਲ ਦੇਖਿਆ ਕਿ ਕਿਵੇਂ ਬੰਦੇ ਸੂਰਾਂ ਨੇ ਜਿਹੜੇ ਜਦੋਂ ਜਾਂਦੇ ਆ ਉਹਨਾਂ ਨੂੰ ਬਚਾਉਣ ਲਈ ਉਹਨਾਂ ਨੂੰ ਪਾੜ ਕੇ ਸੁੱਟ ਦਿੱਤਾ, ਮਾਰ ਦਿੱਤਾ, ਕਿੰਨੇ ਕੁਛ। ਬਹੁਤ ਜੋਖਮ ਵਾਲੀ ਗੱਲ ਹੈ, ਬੜਾ ਔਖਾ ਹੈ ਉੱਥੇ। ਜੋਕਾਂ ਬੜੀਆਂ ਤਰਾਈ ਦੇ ਵਿੱਚ, ਜੋਕਾਂ ਉਹ ਪਾਣੀ ਵਾਲੀਆਂ ਜੋਕਾਂ ਨਹੀਂ ਆ, ਘਾਹ 'ਤੇ ਤੁਰੀਆਂ ਫਿਰਦੀਆਂ, ਤਾਂ ਉਹ ਡੰਗਰਾਂ ਨੂੰ, ਧਨ ਨੂੰ ਰਹਿਣਾ, ਮੱਛਰ ਬਹੁਤ ਜ਼ਿਆਦਾ ਹੈਗਾ ਉਹਨਾਂ ਹਾਲਾਤਾਂ 'ਚ। ਘਰਾਂ 'ਚ ਬੈਠੇ ਡੰਗਰ ਜਿਹੜੇ ਆ, ਘਰਾਂ 'ਚ ਬੈਠੇ ਡੰਗਰ ਸ਼ੇਰ ਚੁੱਕ ਕੇ ਲੈ ਜਾਂਦੇ, ਜਿਹੜੇ ਘਰ ਦੇ ਆਪਣੇ ਘਰ ਬੱਧੇ ਹੋਏ ਆ। ਇਹਨਾਂ ਹਾਲਾਤਾਂ 'ਚ ਉਹ ਲੋਕ ਜਿਹੜੇ ਆ ਉਹਨਾਂ ਨੇ ਉਹ ਜ਼ਮੀਨਾਂ ਆਬਾਦ ਕੀਤੀਆਂ। ਹੁਣ ਜਿਹੜਾ ਅੱਜ ਦੀ ਡੇਟ ਦੇ ਵਿੱਚ ਰੌਲਾ ਹੈ ਕਰਨਵੀਰ, ਉਹ ਇਹ ਹੈ, ਉਹਨਾਂ ਨੂੰ ਕਹਿੰਦੇ ਟਾਈਟਲ ਦਿਖਾ ਲਓ। ਟਾਈਟਲ ਉਹਨਾਂ ਕੋਲ ਉਸ ਕਿਸਮ ਦੇ ਕਲੀਅਰ ਟਾਈਟਲ, ਉਹ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਨਾਂ ਦੇ ਉੱਤੇ ਜਿਸ ਤਰ੍ਹਾਂ ਪ੍ਰੋਪਰ ਰਜਿਸਟਰੀ ਕਰ ਲੈਂਦੇ ਆ, ਜਾਂ ਪ੍ਰੋਪਰ ਤੁਸੀਂ ਜਿਹੜੀ ਲੈਂਡ ਰੈਵਨਿਊ ਰਿਕਾਰਡ ਦੇ ਵਿੱਚੋਂ ਟਰਾਂਸਫਰ ਕਰ ਦਿੰਦੇ ਆ, ਪਟਵਾਰੀ ਕੋਲੋਂ ਟਰਾਂਸਫਰ ਕਰਦੇ, ਇਹੋ ਜਿਹੇ ਰਿਕਾਰਡ ਹੋ ਸਕਦਾ ਉਹਨਾਂ ਕੋਲ ਨਾ ਹੋਵੇ। ਉਹਦਾ ਕਾਰਨ ਇਹ ਹੈ ਕਿ ਜ਼ਮੀਨਾਂ ਬੇਆਬਾਦ ਪਈਆਂ ਸੀ, ਇਹਨਾਂ ਨੂੰ ਕਿਹਾ ਤੁਸੀਂ ਆਬਾਦ ਕਰੋ। ਅਸੀਂ ਇਹਨਾਂ ਨੂੰ ਲੋੜ ਮਹਿਸੂਸ ਉਦੋਂ ਸਰਕਾਰਾਂ ਨੇ ਕੀਤੀ। ਹੁਣ ਜਦੋਂ ਉਹਨਾਂ ਦੀ ਤੀਜੀ ਪੀੜ੍ਹੀ ਉੱਥੇ ਕਰ ਰਹੀ ਹੈ, ਫਾਰ ਇੰਸਟੈਂਸ ਜਿਹੜਾ ਰਾਮਨਗਰ ਦਾ ਕੇਸ ਆ, ਇਹਨਾਂ ਨੂੰ ਨੋਟਿਸ ਪਤਾ ਨਹੀਂ ਦਿੱਤਾ। ਮੈਨੂੰ ਉਸ ਗੱਲ ਦੀਆਂ ਜਿਹੜੀਆਂ ਵੀਡੀਓ ਆਈਆਂ ਉਦੋਂ ਤੋਂ ਨਹੀਂ ਪਤਾ ਲੱਗ ਰਿਹਾ। ਵਿਰਕ ਸਾਹਿਬ ਦੀ ਵੀ ਵੀਡੀਓ ਆਈ, ਇਹਨਾਂ ਨੇ JCB ਲਿਆ ਕੇ ਆ 1 ਤੇ 2 ਜੂਨ ਨੂੰ ਉੱਥੇ ਪੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਰੋਕਿਆ, ਇਹ ਘਰਾਂ 'ਚ ਗਏ, ਉੱਥੇ ਜਾ ਕੇ ਹੱਥੋਂ ਪਾਈ ਵੀ ਹੋਈ ਗੱਲ। ਉਦੋਂ ਕੁਛ ਦੇਰ ਬਾਅਦ ਵੱਡੀ ਫੋਰਸ 50 ਟਰੈਕਟਰ ਲਿਆ ਕੇ, JCB ਮਸ਼ੀਨਾਂ ਲਿਆ ਕੇ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਉਹ ਵਾਹ ਕੇ ਰੱਖ ਦਿੱਤੀ। ਖੜੀ ਫਸਲ ਨੂੰ ਤਬਾਹ ਕਰ ਦਿੱਤਾ ਆ। ਨਾਲ ਵੱਡੀ ਪੁਲਿਸ ਜਿਹੜੀ ਆ ਉੱਥੇ ਆਈ ਹੈ। ਰਾਮਨਗਰ ਦੀ ਮੈਂ ਗੱਲ ਕਰ ਰਿਹਾ। ਇਸੇ ਤਰੀਕੇ ਨਾਲ ਦੂਜੇ ਜਗ੍ਹਾ 'ਤੇ 1000 ਏਕੜ ਜ਼ਮੀਨ ਆ, 300-400 ਘਰ। ਇਹਦਾ ਮਤਲਬ ਉਹ ਬਹੁਤ ਵੱਡੇ ਲੈਂਡ ਲਾਰਡ ਨਹੀਂ ਹੈਗੇ, ਛੋਟੇ ਪਲਾਟਾਂ ਦੇ ਛੋਟੀ ਜ਼ਮੀਨ ਦੇ ਉਹ ਮਾਲਕ ਹੈਗੇ ਆ। ਇਸ ਕਰਕੇ ਉਹਨਾਂ ਦੇ ਉੱਤੇ ਨਾਲ ਅੱਜ ਦੀ ਡੇਟ 'ਚ ਧੱਕਾ ਕਰਨਾ ਬੜੀ ਮਾੜੀ ਗੱਲ ਹੈ। ਜਿਹੜਾ ਰਾਮਨਗਰ ਦਾ ਕੇਸ ਇਸ ਤਰ੍ਹਾਂ ਸੀਗਾ ਕਿ ਜਦੋਂ ਆਬਾਦ ਹੋ ਗਈ ਜ਼ਮੀਨ, ਜਦੋਂ ਉਹਨਾਂ ਨੇ ਹੁਣ ਆਪਣਾ ਖੁਸ਼ਹਾਲੀ ਹੋ ਗਈ ਹੈ, ਤੇ ਹਰ ਇੱਕ ਦੀ ਆਖੇ ਹੈਗੀ ਲੋਕਾਂ ਦੀ, ਜਾਂ ਜਿਹੜੇ ਵੀ ਉੱਥੇ ਦੇ ਲਾਕੜੀ ਚੌਧਰੀ ਰਾਜਨੀਤਿਕ ਲੋਕ ਹੈ, ਕਿ ਜ਼ਮੀਨ ਤੇ ਜੱਦੀ ਤੌਰ 'ਤੇ ਸਾਡੀ ਟੈਕਨੀਕਲੀ ਹੋਣੀ ਚਾਹੀਦੀ ਹੈ। ਜਿਵੇਂ ਹੁਣ ਜੇ ਕੋਈ ਬਿਲਕੁਲ ਇਹੋ ਜਿਹਾ ਕੇਸ ਹੈ ਜਿਸ ਤਰ੍ਹਾਂ ਕੈਨੇਡਾ 'ਚ ਜਾ ਕੇ ਸਾਡੇ ਲੋਕ ਆਬਾਦ ਹੋ ਜਾਣ, ਉੱਥੇ ਦੀ ਵੱਡੇ ਪੱਧਰ 'ਤੇ ਸਾਰਾ ਕੁਝ ਕਰ ਲੈਣ, ਅਤੇ ਬਾਅਦ 'ਚ ਉਹਨਾਂ ਨੂੰ ਜਿਹੜੀ ਆ ਉੱਥੋਂ ਦੀ ਕੈਨੇਡਾ ਹੋਏ ਜਾਂ ਕੈਲੀਫੋਰਨੀਆ ਦੀ ਜਿਹੜੀ ਉੱਥੇ ਦੇ ਅਮਰੀਕਨ ਸਰਕਾਰ ਹੋਵੇ ਕਿ ਤੁਸੀਂ ਹੁਣ ਜਾਓ, ਹੁਣ ਤਾਂ ਸਾਨੂੰ ਤੁਸੀਂ ਆਬਾਦ ਕਰ ਲਿਆ, ਅਸੀਂ ਇਹਦੇ 'ਤੇ ਕਬਜ਼ੇ ਕਰਾਂਗੇ। ਇਹੋ ਜਿਹਾ ਇੱਕ ਆਪਣੇ ਹੀ ਦੇਸ਼ ਦੇ ਵਿੱਚ ਸਿੱਖਾਂ ਨੂੰ ਬੇਗਾਨਿਆਂ ਵਾਲਾ ਜਿਹੜਾ ਵਤੀਰਾ ਕਰਨਾ, ਉਸ ਕਿਸਮ ਦਾ ਇਹ ਹੈਗਾ। ਇਹਨਾਂ ਨੇ ਜ਼ਮੀਨ ਜਿਹੜੀ ਰਾਮਨਗਰ ਦੇ ਵਿੱਚ ਸੀਗੀ ਕਰਨਵੀਰ, ਉਸ ਤੋਂ ਪਹਿਲਾਂ ਜਿਸ ਤਰ੍ਹਾਂ 80 ਦੇ ਵਿੱਚ ਇਹਨਾਂ ਨੇ ਮਰੱਬੇਬੰਦੀ ਕੀਤੀ, ਉਹਨਾਂ ਨੂੰ ਪੱਟੇ ਅਲਾਟ ਕਰਤੇ ਸੀ। ਪਹਿਲਾਂ ਉਦੋਂ ਜਦੋਂ ਲੈਂਡ ਸੀਲਿੰਗ ਐਕਟ ਆਇਆ, ਤਾਂ ਉਹਦੇ ਤਹਿਤ ਜ਼ਮੀਨ ਉਹਨਾਂ ਦੀ ਕੱਢ ਕੇ ਇਹਨਾਂ ਨੇ ਜੰਗਲਾਤ ਨੂੰ ਟਰਾਂਸਫਰ ਕਰਤੀ ਕਿ ਤੁਹਾਡੀ ਜਿਹੜੀ ਲੈਂਡ ਸੀਲਿੰਗ ਹੈ ਤੇ ਰਿਕਾਰਡ ਤੁਹਾਡੇ ਨਾਂ 'ਤੇ ਨਹੀਂ ਬੋਲਦਾ, ਇਹ ਸਾਰੀ ਜ਼ਮੀਨ ਜੰਗਲਾਤ ਨੂੰ ਜਾਊਗੀ। ਜਦੋਂ ਬਾਅਦ 'ਚ 80 ਦੇ ਵਿੱਚ ਮਰੱਬੇਬੰਦੀ 'ਚ ਇਹਨਾਂ ਦੇ ਪੱਟੇ ਬਣ ਗਏ ਆ ਰਾਮਨਗਰ ਦੇ ਵਿੱਚ, ਤਾਂ ਉਦੋਂ ਬਾਅਦ ਉਹ ਪੱਟੇ ਬਣ ਕੇ ਤੇ ਇਹਦਾ ਮਤਲਬ ਉਹ ਲਗਾਤਾਰ ਤੁਸੀਂ ਐਕਸੈਪਟ ਕਰ ਲਿਆ, ਉਹਦੇ ਬੇਸ ਦੇ ਉੱਤੇ ਉਹਨਾਂ ਨੇ ਘਰ ਬਣਾਏ, ਬਿਜਲੀ ਦੇ ਕਨੈਕਸ਼ਨ, ਹੋਰ ਸਾਰਾ ਕੁਝ ਜਿੰਨਾ ਵੀ ਤੁਹਾਡੀ ਇੱਕ ਆਇਡੈਂਟੀਟੀ ਸਾਰਾ ਕੁਝ ਹੈਗਾ। ਸਵਾਲ ਸਾਰਾ ਇਹ ਹੈ, ਇਹ ਕੇਸ ਤੁਸੀਂ ਇਕੱਲਾ ਇੱਥੇ ਦਾ ਨਹੀਂ ਹੈ, ਯੂਪੀ ਦਾ ਭੁੱਜ ਦੇ ਵਿੱਚ ਇੰਝ ਕੀਤਾ 50-60 ਸਾਲ ਪਹਿਲਾਂ, ਜਦੋਂ ਉੱਥੇ ਕੋਈ ਨਹੀਂ ਸੀ ਟਿਕਦਾ। ਪੰਜਾਬੀਆਂ ਕਿਸਾਨਾਂ ਨੂੰ, ਮਿਹਨਤੀਆਂ ਨੂੰ ਉੱਥੇ ਬੁਲਾ ਕੇ ਉਹਨਾਂ ਨੇ ਜ਼ਮੀਨਾਂ ਜਦੋਂ ਆਬਾਦ ਕੀਤੀਆਂ। ਹੁਣ ਉੱਥੇ ਦੀ BJP ਦੀ ਸਰਕਾਰ ਵਿੱਚ ਮੋਦੀ ਜੀ ਵੀ ਸ਼ਾਮਲ ਹੈ ਇਹਦੇ 'ਚ, ਉਹਨਾਂ ਨੂੰ ਉਜਾੜਨ ਦੇ ਲਗਾਤਾਰ ਤੌਰ ਤਰੀਕੇ ਚੱਲੀ ਜਾਂਦੇ ਆ। ਔਰ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਉਜਾੜਨ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਹੁੰਦੀ ਹੈ, ਜਦ ਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਲਗਾਤਾਰ ਗੁਹਾਰ ਲਾਉਂਦੇ ਆ ਕਿ ਇਹ ਸਾਡੇ ਨਾਲ ਧੱਕਾ ਆ। ਇਸੇ ਤਰੀਕੇ ਨਾਲ ਮੱਧ ਪ੍ਰਦੇਸ਼ ਹੋਇਆ, ਇਸੇ ਤਰੀਕੇ ਨਾਲ ਤੁਹਾਨੂੰ ਪਤਾ ਉੜੀਸਾ ਦੇ ਪਿੱਛੇ ਗੁਰਦੁਆਰਾ ਸਾਹਿਬ ਦੇ ਨਾਲ ਹੋਇਆ, ਇਸੇ ਤਰੀਕੇ ਦੇ ਨਾਲ ਮੇਘਾਲਿਆ, ਸ਼ਿਲੌਂਗ ਉਹਨਾਂ ਦੀ ਰਾਜਧਾਨੀ ਹੈ, ਮੈਂ ਉੱਥੇ ਵੀ ਰਹਿ ਕੇ ਆਇਆ ਕੁਝ ਦੇਰ। ਉੱਥੇ ਇੱਕ ਗਲੀ ਹੈ ਜਿੱਥੇ ਸਵੀਪਰ ਦੇ ਤੌਰ 'ਤੇ ਲੋਕ ਜਿਹੜੇ ਆ ਬ੍ਰਿਟਿਸ਼ ਆਰਮੀ ਉਹਨਾਂ ਨੂੰ ਨਾਲ ਲੈ ਕੇ ਗਈ ਸੀ, ਉਹ ਉੱਥੇ ਹੀ ਵੱਸ ਗਏ। ਹੁਣ ਕਦੋਂ ਦੀਆਂ ਗੱਲਾਂ, ਉਹ ਉੱਥੇ ਇਹ ਜਦੋਂ ਆਪਾਂ BJP ਬਾਰ-ਬਾਰ ਕਹਿੰਦੀ ਆ ਇੱਕ ਦੇਸ਼, ਇੱਕ ਕਾਨੂੰਨ, ਇੱਕ ਸੰਵਿਧਾਨ, ਇੱਕ ਨਿਸ਼ਾਨ, ਇੱਕ ਜ਼ਬਾਨ, ਸਾਰਾ ਕੁਝ ਭਾਸ਼ਾ ਦੀ ਵੀ ਹਿੰਦੀ ਨੂੰ ਕੋਸ਼ਿਸ਼ ਕਰਦੇ ਆ ਇੰਪੋਜ਼ ਕਰਦੀ, ਇੱਕ ਭਾਸ਼ਾ ਇੱਕ ਜ਼ਬਾਨ ਕਹਿ ਕੇ, ਅਤੇ ਜਦੋਂ ਸਾਰਾ ਕੁਝ ਇੱਕ ਹੈ, ਅਤੇ ਫਿਰ ਉੱਥੇ ਉਹਨਾਂ ਨੂੰ ਬੇਗਾਨਿਆਂ ਵਾਲਾ ਤੁਸੀਂ ਬਾਰ-ਬਾਰ ਕਿਉਂ ਟਰੀਟਮੈਂਟ ਦਿੰਦੇ ਆ? ਭਾਵੇਂ ਉਹ ਸ਼ਿਲੌਂਗ ਹੋਵੇ, ਉੜੀਸਾ ਹੋਏ, ਮੱਧ ਪ੍ਰਦੇਸ਼ ਹੋਏ, ਤੁਹਾਡਾ ਮੋਦੀ ਜੀ ਦਾ ਆਪਣਾ ਗੁਜਰਾਤ ਹੋਏ, ਜਾਂ UP ਹੁਣ ਯੋਗੀ ਆਦਿੱਤਿਆਨਾਥ ਦੀਆਂ ਬੇਕਰਤੂਤੀਆਂ ਇਹੋ ਜਿਹੀਆਂ ਹੋਣ। ਲੋਕਾਂ ਨੇ ਜਾ ਕੇ GM ਨੂੰ, ਉੱਥੇ DM ਨੂੰ ਜਾ ਕੇ ਮਿਲੇ ਆ। DM ਨੇ ਸਾਫ਼ ਕਹਿ ਦਿੱਤਾ, ਕਹਿੰਦੇ ਤੁਹਾਡੇ ਕੋਲ ਲੈਂਡ ਦਾ ਰਿਕਾਰਡ ਹੈਗਾ ਤੇ ਲੈ ਆਓ, ਮੈਂ ਤੁਹਾਡਾ ਫੈਸਲਾ ਕਰਾ ਦਿੰਦਾ। ਜੇ ਡੁੱਬੀ ਤੇ ਤਾਂ ਜੇ ਸਾਹ ਨਾ ਆਇਆ, ਜੇ ਰਿਕਾਰਡ ਹੋਵੇ ਤਾਂ ਫਿਰ ਤੁਹਾਡੇ ਕੋਲ ਪੱਲੇ ਕਿਉਂ ਆਉਣਗੇ? ਫਿਰ ਤੋਂ ਆਪ ਹੀ ਉਹਨਾਂ ਨੂੰ ਦੇਖ ਲੈਣਗੇ। ਇਸ ਕਰਕੇ ਇਹ ਧੱਕਾ ਆ। ਇਹ ਗੱਲ ਇੱਥੇ ਨਹੀਂ ਟਿਕੂਗੀ, ਇਹ ਗੱਲ ਹੋਰਨਾਂ ਜ਼ਿਲ੍ਹਿਆਂ 'ਚ ਫੈਲੂਗੀ। ਬਹੁਤ ਸਾਰੀ ਜਗ੍ਹਾ ਇਹੋ ਜਿਹਾ ਹੋ ਸਕਦਾ ਕਿ ਜਿੱਥੇ ਕਲੀਅਰ ਟਾਈਟਲ ਨਾ ਹੋਣ, ਪਰ ਇੱਕ ਨੈਤਿਕ ਤੌਰ 'ਤੇ ਵੀ
ਵੈਸੇ ਵੀ ਰੈਵਨਿਊ ਦੇ ਜਿਹੜੇ ਕਾਨੂੰਨ ਬਣੇ ਹੋਏ ਆ ਜਾਂ ਜਿਹੜੇ ਵੀ ਟੈਨੈਂਸੀ ਐਕਟ ਹੈਗੇ ਆ ਜਾਂ ਲੈਂਡ ਸੀਲਿੰਗ ਦੇ ਜਾਂ ਹੋਰ ਵੀ ਸਾਰੇ ਐਕਟ ਆ, ਜੇ ਕੁੱਲ ਮਿਲਾ ਕੇ ਦੇਖੋ ਤੇ ਜਿਹੜੀ ਵੀ ਜ਼ਮੀਨ ਲਗਾਤਾਰ ਇੱਕ ਬੰਦਾ 3-4 ਸਾਲ ਵਾਹੁੰਦਾ ਆ ਉਸ 'ਤੇ ਉਹਨੂੰ ਉਠਾਇਆ ਨਹੀਂ ਜਾ ਸਕਦਾ। ਇਹ ਤਾਂ ਹੋ ਸਕਦਾ ਕਿ ਉਹਨੂੰ ਤੁਸੀਂ ਓਨਰਸ਼ਿਪ ਨਾ ਦਿਓ, ਪਰ ਉਹਦੇ ਤੋਂ ਤੁਸੀਂ ਬਿਲਕੁਲ ਉਹਨੂੰ ਉਠਾ ਨਹੀਂ ਸਕਦੇ। ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਉੱਥੇ ਬਹਾਲ, ਜਿਵੇਂ ਉਹਨਾਂ ਨੇ ਸਾਰੀ ਹਰਿਆਲੀ ਲਿਆਂਦੀ ਆ, ਸਾਰੀ ਖੁਸ਼ਹਾਲੀ ਲਿਆਂਦੀ ਆ, ਉਹਨਾਂ ਲਈ ਵੱਡਾ ਇੱਕ ਅਨਾਜ ਦਾ ਜਾਂ ਖੰਡ ਦਾ ਜਾਂ ਹੋਰ ਜਿਹੜੀਆਂ ਵੀ ਉੱਥੇ ਫਸਲਾਂ ਹੋ ਰਹੀਆਂ ਭੰਡਾਰ ਪੈਦਾ ਕੀਤੇ ਆ, ਉਹਨਾਂ ਨਾਲ ਸਹਾਨੁਭੂਤੀ ਨਾਲ ਪੇਸ਼ ਆਉਣਾ ਚਾਹੀਦਾ। ਕਰਨਵੀਰ, ਸੋ ਇਸ ਗੱਲਬਾਤ ਵਿੱਚ ਸਾਫ਼ ਹੈ ਕਿ ਯੂਪੀ ਸਰਕਾਰ ਸਿੱਖ ਕਿਸਾਨਾਂ ਨੂੰ ਉਜਾੜ ਕੇ ਇੱਥੇ ਸੂਬਾ ਆਰਮਡ ਪੁਲਿਸ ਦਾ ਸੈਂਟਰ ਬਣਾਉਣਾ ਚਾਹੁੰਦੀ ਹੈ। 15 ਤੋਂ ਵੱਧ ਪਿੰਡਾਂ ਦੀ 30,000 ਏਕੜ ਜ਼ਮੀਨ ਜਿਨ੍ਹਾਂ ਉੱਤੇ ਕਿਸਾਨਾਂ ਦਾ ਕਬਜ਼ਾ, ਹੁਣ ਉਹਨਾਂ ਉੱਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਫਿਲਹਾਲ ਮਸਲੇ ਤੋਂ ਬਾਅਦ ਸਿੱਖ ਪਾਰਟੀਆਂ ਸਰਗਰਮ ਹੋ ਗਈਆਂ ਨੇ, ਪਰ ਹਾਲੇ ਇਹ ਸਰਗਰਮੀ ਬਿਆਨਾਂ ਤੱਕ ਹੀ ਸੀਮਿਤ ਹੈ। ਅਕਾਲੀ ਦਲ ਵੱਲੋਂ ਭਾਵੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਫਿਲਹਾਲ ਕੋਈ ਖਾਸ ਨਿੱਜੀ ਪ੍ਰਤੀਕਰਮ ਨਹੀਂ ਦਿੱਤਾ ਗਿਆ, ਪਰ ਫਿਰ ਵੀ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਅਕਾਲੀ ਦਲ ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ। बड़ा महत्वपूर्ण विषय ते तुहानू कुछ गल्लां कहणियां। उत्तर प्रदेश दे विच जिहड़े सिख किसान परिवार आ, उन्हां दे सिख संगठन दे प्रधान जसवीर सिंह विरक दा टैलीफोन भी आया सी, लैटर भी आया सी, और वो श्रोमणी अकाली दल की कोर कमेटी दे विच असीं विचारिया सी और फैसला किया पार्टी ने। पहली गल तो यह आ भी किसी भी कीमत ते उत्तर प्रदेश सरकार वालों सिख किसान परिवारां नूं उन्हां दीआं जमीनां तो उजड़ नहीं दिता जाएगा। उन्हां दीआं काबज जमीनां तो उन्हां दा उजाड़ा नहीं होण दिता जाएगा। मुख मंत्री श्री नित्यानंद योगी जी नूं पार्टी वालों असीं पत्र लिख के भी उन्हां दी सारी स्थिति तो जाणू कराया। टैलीफोन ते भी मेरी उन्हां नाल गल होई सी और पार्टी की कोर कमेटी विच साडी एक उच्च पद्धरी डेलीगेशन मुख्यमंत्री उत्तर प्रदेश नूं मिल के जाण दा फैसला किया और लोड़ पई तां भारत के गृह मंत्री श्री अमित शाह जी तक भी पहुँच करांगे, क्योंकि एक बहुत बड़ा अन्याय है, बहुत बड़ी बेइंसाफी होएगी। 70 सालां तो बैठे लोगों नूं उन्हां दे जमीनां तो उठाना। देश दे बंटवारे समय ये लोग 1948-51 दे विच उत्थे आके बैठे। उत्तर प्रदेश सरकार दा जिहड़ा वन विभाग आ वो कहंदे उत्थे असीं कैंप बनाउणा आर्मड फोर्स दा। ये जमीन इन्हां ने कुछ तां खरीदी सी, कुछ वन विभाग ने अलाट कीती सी। एक विक्रम शाह सी ਉਹਦੇ ਤੋਂ ਖਰੀਦੀ ਸੀ ਜ਼ਮੀਨ ਇਹ, ਤੇ ਇੰਤਕਾਲ ਨਾ ਹੋ ਸਕੇ। 1966 ਦੇ ਵਿੱਚ ਜਦੋਂ ਸੀਲਿੰਗ ਐਕਟ ਲੱਗਿਆ ਤਾਂ ਉਹਨੇ ਇਹਨੂੰ ਸਰਪਲਸ ਜ਼ਮੀਨ ਦੀ ਪਾਤਾ। ਸਰਕਾਰ ਨੇ ਉਹਨੂੰ ਫੋਰੈਸਟ ਡਿਪਾਰਟਮੈਂਟ ਨੂੰ ਅਲਾਟ ਕਰਤੀ, ਨਾ ਕਰਤੀ। 1980 ਦੀ ਜਿਹੜੀ ਚੱਕਬੰਦੀ ਹੋਈ ਉਹਦੇ 'ਚ ਇਹਨਾਂ ਨੂੰ ਜਿਹੜਾ ਆਪਣਾ ਲੋਕਾਂ ਨੂੰ ਕਿੱਲਾ ਬੰਦੇ ਖਾਤੇ ਵੀ ਬੰਦ ਤੇ ਇਹਨਾਂ ਦੇ, ਜਾਣੀ ਸ਼ੂਗਰ ਮਿਲਾਂ ਦੇ ਸ਼ੇਅਰ ਹੋਲਡਰ ਵੀ ਇਹ ਬਣ ਗਏ। ਪਿੰਡਾਂ 'ਚ ਸੜਕਾਂ ਬਣਾਤੀਆਂ, ਪਾਣੀ ਦੀਆਂ ਟੈਂਕੀਆਂ ਲਾਤੀਆਂ, ਟਿਊਬਵੈਲਾਂ ਦੇ ਕਨੈਕਸ਼ਨ ਦੇਤੇ, ਸਰਕਾਰ ਦੀਆਂ ਸਾਰੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ, ਘਰ ਬਣਾ ਲਏ ਇਹਨਾਂ ਨੇ, ਬਿਜਲੀ ਕਨੈਕਸ਼ਨ ਲਾਤੇ। ਤੇ ਹੁਣ ਜਿਹੜੇ 15 ਪਿੰਡ ਸੀ ਉਹ ਰਾਮਪੁਰ ਦਾ ਮਹਾਰਾਜਾ ਹੁੰਦਾ ਸੀ, ਉਹਨੇ ਅਲਾਟ ਕੀਤੀ ਸੀ ਇਹ ਜ਼ਮੀਨਾਂ, ਉਹਨਾਂ ਨੂੰ ਦਿੱਤੀਆਂ ਸੀ। ਇਹ ਵੀ ਉਦੋਂ ਦੀਆਂ ਕੀਤੀਆਂ ਵੀ ਤੋੜ ਲਓ ਤੁਸੀਂ, ਜ਼ਮੀਨਾਂ ਆਬਾਦ ਕਰ ਲਓ, ਤੁਸੀਂ ਮਾਲਕ ਹੋ। ਜਿੰਨਾ ਕੋਈ ਤੋੜ ਲੇਗਾ ਉਨਾ ਹੀ ਮਾਲਕ ਹੋ ਜਾਏਗਾ ਉਨੀ ਜ਼ਮੀਨ ਦਾ। ਤੇ ਹੁਣ ਅਚਾਨਕ ਉੱਥੇ ਕਹਿੰਦੇ ਜੀ ਅਸੀਂ ਇਹ ਆਰਮਡ ਫੋਰਸ ਦਾ ਕੈਂਪ ਬਣਾਉਣਾ, ਤੇ ਉੱਥੇ ਲੈ ਕੇ JCB ਮਸ਼ੀਨਾਂ ਲੈ ਕੇ
ਲੋਕਾਂ ਨੇ ਰੌਲਾ ਪਾਇਆ, ਉੱਥੇ ਬਹੁਤ ਵੱਡਾ ਹੰਗਾਮਾ ਹੋਇਆ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸਿੱਖ ਕਿਸਾਨਾਂ ਦੇ ਨਾਲ ਹੋ ਰਹੇ ਉਜਾੜੇ ਨੂੰ ਰੋਕਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲ ਕਰਕੇ ਆਪਣੇ 2 ਮੰਤਰੀ ਉੱਥੇ ਭੇਜਣੇ ਚਾਹੀਦੇ ਹਨ, ਜੋ ਉੱਥੋਂ ਦੀ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲ ਕਰ ਸਕਣ। ਉਨ੍ਹਾਂ ਕਿਹਾ ਹੈ ਕਿ ਪਹਿਲਾਂ ਗੁਜਰਾਤ ਵਿੱਚ, ਫਿਰ ਮੱਧ ਪ੍ਰਦੇਸ਼ ਅਤੇ ਹੁਣ ਉੱਤਰ ਪ੍ਰਦੇਸ਼ ਵਿੱਚ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ, ਪਰ ਅਕਾਲੀ ਆਗੂ ਸਿਰਫ ਬਿਆਨ ਦੇ ਕੇ ਰਸਮ ਪੂਰੀ ਕਰ ਰਹੇ ਨੇ। उन्होंने कहा है कि चाहिए तो यह है कि केंद्रीय मंत्री हरसिमरत कौर बादल अपने साथी केंद्रीय मंत्रियों नाल गलबात करे। पंजाब के अकाली MP दिल्ली जाके केंद्रीय आगुओं नाल गल कर दे, पर अजिहा नहीं किया गया। सरदार रामूवाले ने कहा है कि उन्होंने उत्तर प्रदेश के उप मुख्यमंत्री दिनेश शर्मा नाल मुलाकात करके इस उजाड़े नूं रोकण की अपील की है। इस दे नाल ही श्रोमणी गुरुद्वारा प्रबंधक कमेटी के प्रधान भाई गोबिंद सिंह लौंगोवाल ने कहा है कि उत्तर प्रदेश में सिख किसानों के उजाड़े के मामले उत्ते श्रोमणी कमेटी वालों सरदार गुरबख्श सिंह खालसा मीत प्रधान श्रोमणी कमेटी की अगवाई हेठ कमेटी बनाई गई है, जो उत्थे जाके स्थिति का जायजा लेगी। इस कमेटी के विच भुविंदर सिंह आसंध और गुरचरण सिंह गरेवाल नूं शामिल किया गया और श्रोमणी कमेटी के वधीक सकत्तर सुखदेव सिंह इस कमेटी के कोआर्डीनेटर बनाए होणगे। फिलहाल प्रोफैसर मनजीत सिंह इस नया सियासी बयानों उत्ते की कहते हैं, सुणदे उन्हां दे विचार। सर गल यह है भी जो गुजरात की गल आउंदी, कच्छ एरिए के अगे जिक्र करिए, उत्थों भी ही जिहड़े हालात सीगे भी सिखां नूं उत्थों उजाड़िया, वो भी लंबा दौर चलिया। उत्थे भी भाजपा की सरकार सी ते उहदे भाईवाल जिहड़ी अकाली दल है वो पंजाब दे विच हमेशा रौला पांदे रहिंदे भी असीं सिखां नूं नहीं उजड़न देंगे, गलबात करांगे। ते हुण यूपी दे विच भी भाजपा की सरकार ते उहदी भाईवाल अकाली दल फिर कह रही है कि जे असीं गल करांगे तां की लगदा कि नीयत नाल किसी ईमानदारी नाल कुछ कर सकदे ने, सिर्फ गल्लां तक ही सीमित है? नहीं देखो, गल्लां मैं तो कहना गल्लां तक ही सीमित है। ਜਿਹੜਾ ਜੋ ਅਕਾਲੀ ਦਲ ਕਰਦਾ ਹੁੰਦਾ ਸੀ ਉਹ ਤੇ ਕਦੀ ਨਹੀਂ ਕਰਨਗੇ। ਉਹ ਤੇ ਜਿਸ ਤਰ੍ਹਾਂ ਕਹਿੰਦੇ ਨਾ ਜਿਹੜੇ ਆ ਪਟਾਰੀ ਵਾਲਾ ਸੱਪ ਜੋਗੀ ਲਈ ਫਿਰਦੇ ਹੁੰਦੇ, ਉਹਦੀਆਂ ਨਾ ਫੈਂਗਸ ਜਿਹੜੇ ਕੱਟਣ ਵਾਲੇ ਦੰਦ ਆ ਉਹ ਕੱਢ ਦਿੰਦੇ ਆ ਕਰਨਵੀਰ, ਉਹ ਫਿਰ ਛਿਪਕਲੀ ਵਾਂਗੂ ਤੁਰਿਆ ਫਿਰਦਾ, ਉਹ ਸੱਪ ਨਹੀਂ ਹੁੰਦਾ। ਇਹ ਅਕਾਲੀ ਦਲ ਇਹੋ ਜਿਹਾ ਹੀ ਆ। ਹੁਣ ਇਹਨਾਂ ਦੇ ਅੰਦਰ ਲੜਨ ਦੀ ਕੋਈ ਸਮਰੱਥਾ ਨਹੀਂ ਰਹੀ। ਇਹ ਤੇ ਵਿਹਲੜ ਹੋ ਗਿਆ ਤੇ ਸੱਤਾ ਦਾ ਆਨੰਦ ਮਾਣਨ ਵਾਲੇ ਹੋ ਗਏ। ਮੈਨੂੰ ਅਫਸੋਸ ਨਾਲ ਔਰ ਜ਼ਿੰਮੇਵਾਰੀ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ। ਕਿਉਂ ਮੈਂ ਇਹ ਗੱਲ ਕਹਿਣਾ ਆ ਕਿ ਹੁਣ ਬਿਆਨ ਤੇ ਇਹਨਾਂ ਦਾ ਆ ਗਿਆ, ਚੀਫ ਖਾਲਸਾ ਦੀਵਾਨ ਦਾ ਵੀ ਬਿਆਨ ਆ ਗਿਆ, ਕੱਲ੍ਹ ਬੁੱਢਾ ਦਲ ਦਾ ਵੀ ਇਸ ਗੱਲ ਦੇ ਉੱਤੇ ਬਿਆਨ ਆ ਗਿਆ ਕਿ ਖਬਰਦਾਰ ਰਹੋ, ਤੁਸੀਂ ਇਹ ਜਿਹੜਾ ਅਜਾੜੇ ਦਾ ਕੰਮ ਸ਼ੁਰੂ ਕੀਤਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪਰ ਸਭ ਤੋਂ ਤਿੱਖਾ ਬਿਆਨ ਤੇ ਅਕਾਲੀ ਦਲ ਦਾ ਹੋਣਾ ਚਾਹੀਦਾ ਸੀਗਾ। ਅਕਾਲੀ ਦਲ ਇਹ ਕਦੀ ਨਹੀਂ ਕਰੂਗਾ। ਮੈਨੂੰ ਤੇ ਐਂ ਜਿਹੜਾ ਪਹਿਲਾਂ ਲੋਕ ਮਜ਼ਾਕ 'ਚ ਕਹਿੰਦੇ ਸੀਗੇ ਕਿ ਇਹਨਾਂ ਦਾ ਇਹ ਤੇ ਲਾ ਕੇ ਦੇਖ ਲਓ ਵੀ ਥੱਲੇ ਕਛਹਿਰੇ ਆ ਜਾਂ ਖਾਕੀ ਨਿੱਕਰਾਂ ਪਾਈਆਂ ਹੋਈਆਂ। ਹੁਣ ਤੇ ਮੈਨੂੰ ਪੱਕਾ ਹੀ ਲੱਗਦਾ ਕਿ ਲਾ ਕੇ ਦੇਖਣ ਦੀ ਵੀ ਲੋੜ ਨਹੀਂ, ਪੱਕਾ ਹੀ ਖਾਕੀ ਨਿੱਕਰਾਂ ਹੀ ਆ। ਉਹਨਾਂ ਨੂੰ ਉਹ BJP ਵਾਲਾ ਪੰਜਾਬ ਦਾ ਯੂਨਿਟ ਤਾਂ ਕੁਛ ਨਹੀਂ ਬੋਲੂਗਾ। ਇਹ ਉਹਨਾਂ ਦੇ ਵਕੀਲ ਬਣ ਕੇ ਚੋਰ ਨਾਲੋਂ ਪੰਡ ਕਾਲੀ ਇਹ 10 ਗੁਣਾ ਉਹਨਾਂ ਨਾਲੋਂ ਉੱਚੀ ਆਵਾਜ਼ 'ਚ ਕਹਿਣਗੇ ਕਿ ਦੇਖੋ ਜੋ ਵੀ ਮੋਦੀ ਜੀ ਕਰ ਰਹੇ ਆ, ਜੋ ਵੀ ਸੈਂਟਰ ਦੀ ਸਰਕਾਰ ਕਰ ਰਹੀ ਆ, ਉਹਦੇ ਨਾਲੋਂ ਵਧੀਆ ਤਾਂ ਕੰਮ ਕੋਈ ਹੋ ਹੀ ਨਹੀਂ ਸਕਦਾ। ਡੁੱਬ ਮਾਰਨ ਵਾਲੀਆਂ ਗੱਲਾਂ ਤੁਸੀਂ ਇੰਝ ਕਿਉਂ ਕਰਦੇ ਆ? ਇਹ ਗੱਲ ਮੇਰਾ ਖਿਆਲ ਬੰਦ ਹੋਣੀ ਚਾਹੀਦੀ ਆ। ਇਹਨਾਂ ਨੇ ਭੁੱਜ ਵਾਲਿਆਂ ਲਈ ਜਾਂ ਹੋਰ ਲਈ ਜਿੱਥੇ ਵੀ ਕੋਈ ਇਹੋ ਜਿਹਾ BJP ਖਾਸ ਕਰਕੇ ਧੱਕਾ ਕਰੂਗੀ, ਜੇ ਕੋਈ ਕਾਂਗਰਸ ਕਰੂਗੀ ਤਾਂ ਭੁੜਕ ਕੇ ਆ ਜਾਣਗੇ, ਫਿਰ ਮੋਰਚੇਬੰਦੀ ਦੀ ਵੀ ਗੱਲ ਹੋ ਜੂ। ਜੇ ਉਹ ਵੀ ਕਰੋ, ਉਹਨੂੰ ਕੋਈ ਨਹੀਂ ਕਰਨਾ ਚਾਹੀਦਾ। ਪਰ ਤੁਸੀਂ BJP ਨੇ ਕਿਹੜੀ ਤੁਹਾਨੂੰ ਗਿੱਦੜ ਸੰਗੀ ਦੇ ਦਿੱਤੀ ਹੈ ਕਿ ਤੁਸੀਂ ਉਹਦੇ 24 ਘੰਟੇ ਕੀਰਤਨ ਕਰਨ ਲੱਗੇ ਹੋਏ ਆ? ਉਹ ਤੇ ਜੇ 10 ਕਾਂਗਰਸ ਇਕੱਠੀਆਂ ਕਰੋ ਤੇ ਇੱਕ BJP ਬਣਦੀ ਆ। ਉਹਨਾਂ ਦੀ ਤਾਂ ਹਾਲਤ ਇਹ ਆ ਕਿ ਹੈਗੀ ਤਾਂ ਇੱਕੋ ਜਿਹੀ ਆ ਉਹ ਵੀ, ਪਰ ਉਹਨਾਂ ਦੀ ਸਪੀਡ ਤੇ ਉਹਨਾਂ ਦੀ ਚਾਲ ਤੇ ਉਹਨਾਂ ਦੀ ਜਿਹੜੀ ਨੀਤੀ ਹੈ ਉਹ ਥੋੜ੍ਹੀ ਜਿਹੀ ਛਿਪੇ, ਜਿਸ ਤਰ੍ਹਾਂ ਇੱਕ ਬਿੱਲੀ ਹੌਲੀ ਹੌਲੀ ਚੱਲਦੀ ਪਤਾ ਨਹੀਂ ਲੱਗਣ ਦਿੰਦੀ, ਚੁੱਪ ਕਰਕੇ ਕਬੂਤਰ ਫੜਦੀ ਹੈ। ਇਹ ਦਹਾੜਦੇ ਆਉਂਦੇ ਆ BJP ਵਾਲੇ, ਨਾਲੇ ਤੁਹਾਨੂੰ ਡਰਾਉਂਦੇ ਆ, ਨਾਲੇ ਤੁਹਾਨੂੰ ਖਾਂਦੇ ਆ, ਨਾਲੇ ਤੁਹਾਡਾ ਉਜਾੜਾ ਕਰਦੇ ਆ। ਇਸ ਕਰਕੇ ਇਹ ਫਰਕ ਤਾਂ ਸਮਝਣਾ ਚਾਹੀਦਾ ਇਹਨਾਂ ਨੂੰ। ਬਾਕੀ ਜੋ ਮਰਜ਼ੀ ਗੱਲ ਹੋਵੇ, ਇਸ ਕਰਕੇ ਜੇ ਕੋਈ ਵੀ ਭਾਵੇਂ ਉਹ ਕਾਂਗਰਸ ਹੋਵੇ, ABC ਕੋਈ ਵੀ ਹੋਵੇ, ਜੋ ਵੀ ਪੰਜਾਬੀਆਂ ਨਾਲ ਧੱਕਾ ਕਰਦਾ, ਇਹਨਾਂ ਦੇ ਦਿਲ ਦੇ ਵਿੱਚ ਉਸ ਗੱਲ ਦੀ ਚੀਸ ਉੱਠਣੀ ਚਾਹੀਦੀ ਔਰ ਉਹਦੇ ਲਈ ਕਿਹਦੇ ਕੋਲ ਗੁਹਾਰ ਲਾਉਣ, ਕਿੱਥੇ ਜਾਣ। ਉਹ ਇਹਨਾਂ ਤੋਂ ਉਮੀਦ ਕਰਦੇ ਆ, SGPC ਤੋਂ ਉਮੀਦ ਕਰਦੇ ਆ। ਪਰ ਜੇ ਇਹ ਉੱਥੇ ਇਹੋ ਜਿਹੀਆਂ ਟੁੱਚੀਆਂ ਗੱਲਾਂ ਕਰਨਗੇ, ਜਾਣੀ ਕਸੇ ਪਿੱਟੇ ਜੇ ਬਿਆਨਾਂ ਤੱਕ ਸੀਮਤ ਰਹਿਣਗੇ, ਤੇ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਬਾਹਰ ਸਿੱਖ ਸਮੁਦਾਇ ਸਾਰਾ ਬਾਹਰੇ ਦੇਸ਼ ਵਿੱਚ ਬੈਠਾ, ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰੂਗਾ। ਇਹ ਤਾਂ ਗੱਲ ਰਹੀ ਹੁਣ ਦੀ, ਪਰ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਜਨਵਰੀ 2020 ਦੇ ਵਿੱਚ ਮੱਧ ਪ੍ਰਦੇਸ਼ ਵਿੱਚ ਵੀ ਪੰਜਾਬ ਤੋਂ ਜਾ ਕੇ ਉੱਤੇ ਵਸੇ ਸਿੱਖਾਂ ਨੂੰ, ਜੋ ਇਹਨਾਂ ਨੇ ਉੱਥੇ ਜਾ ਕੇ ਜ਼ਮੀਨਾਂ ਆਬਾਦ ਕੀਤੀਆਂ ਸਨ, ਉੱਥੋਂ ਉਹਨਾਂ ਨੂੰ ਉਜਾੜ ਦਿੱਤਾ ਗਿਆ ਸੀ। ਸਥਾਨਕ ਸਿੱਖ ਕਿਸਾਨਾਂ ਅਨੁਸਾਰ ਇੱਥੇ ਦੇ ਜੰਗਲਾਂ ਵਿੱਚ 3 ਦਹਾਕੇ ਪਹਿਲਾਂ ਸਿੱਖ ਪੰਜਾਬ ਤੋਂ ਆ ਕੇ ਵਸੇ ਸਨ। ਉਹਨਾਂ ਕਿਹਾ ਕਿ ਅਸੀਂ ਇੱਥੇ ਆਪਣੇ ਘਰ ਬਣਾਏ ਅਤੇ ਜ਼ਮੀਨਾਂ ਆਬਾਦ ਕੀਤੀਆਂ। ਸਾਡੇ ਕੋਲ ਇਹਨਾਂ ਜ਼ਮੀਨਾਂ ਦੀਆਂ ਰਜਿਸਟਰੀਆਂ ਵੀ ਹਨ, ਪਰ ਫਿਰ ਵੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ
SDM ਨੂੰ ਨਾਲ ਲੈ ਕੇ ਸਿੱਖਾਂ ਦੇ ਘਰਾਂ ਨੂੰ ਢਾਇਆ ਗਿਆ ਅਤੇ ਸਿੱਖਾਂ ਦੀਆਂ ਫਸਲਾਂ ਨੂੰ ਬਰਬਾਦ ਕੀਤਾ ਗਿਆ। ਪੁਲਿਸ ਨੇ ਬੀਬੀਆਂ, ਬੱਚਿਆਂ ਤੇ ਬਜ਼ੁਰਗਾਂ ਉੱਤੇ ਤਰਸ ਨਹੀਂ ਕੀਤਾ। ਸਿੱਖਾਂ ਵੱਲੋਂ ਵਿਰੋਧ ਕਰਨ ਤੇ ਕੁਝ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਿੱਖ ਪਰਿਵਾਰ ਉਜਾੜ ਦੇਣ ਦੀ ਖਬਰਾਂ ਨੇ ਸਿੱਖਾਂ ਵਿੱਚ ਬੜੀ ਘਬਰਾਹਟ ਪੈਦਾ ਕੀਤੀ। ਹਰ ਪਾਸੋਂ ਸਰਕਾਰ ਵਿਰੁੱਧ, ਖਾਸ ਕਰਕੇ ਉਸ ਸਮੇਂ ਦੇ ਮੁੱਖ ਮੰਤਰੀ ਕਮਲਨਾਥ ਵਿਰੁੱਧ ਆਵਾਜ਼ਾਂ ਉੱਠੀਆਂ। ਤੁਰੰਤ ਸਿੱਖ ਵਫਦ ਸੰਬੰਧਿਤ ਪਿੰਡ ਪੁੱਜੇ। ਇਹ ਖਬਰ ਵੀ ਛਪ ਗਈ ਕਿ ਮੁੱਖ ਮੰਤਰੀ ਨੇ ਤੁਰੰਤ ਦੋਸ਼ੀ ਅਫਸਰ ਬਦਲ ਦਿੱਤੇ ਨੇ ਅਤੇ ਮਾਮਲਾ ਦਬ ਗਿਆ ਸੀ। ਮੱਧ ਪ੍ਰਦੇਸ਼ ਤੋਂ ਪਹਿਲਾਂ ਦਸੰਬਰ 2019 ਦੇ ਵਿੱਚ ਉੜੀਸਾ ਵਿੱਚ ਮੰਗੂ ਮੱਠ ਦਾ ਗੁਰੂ ਘਰ ਢਾਹ ਦਿੱਤਾ ਗਿਆ ਸੀ। ਇਹ ਸਭ ਗੱਲਾਂ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਕੋਈ ਨਵੀਂ ਘਟਨਾ ਨਹੀਂ ਵਾਪਰੀ। ਭਾਰਤ ਦੇ ਸੂਬਿਆਂ ਵਿੱਚ ਇਹ ਆਮ ਹੈ। 1982 ਦੀਆਂ ਏਸ਼ੀਆਈ ਖੇਡਾਂ ਸਮੇਂ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਧੱਕਾ ਕਰਦਿਆਂ ਹਰਿਆਣੇ ਵਿੱਚੋਂ ਲੰਘਣ ਉੱਤੇ ਪਾਬੰਦੀ ਲਾ ਦਿੱਤੀ ਸੀ। ਇੱਥੋਂ ਤੱਕ ਕਿ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਬਹਾਦਰ ਜਰਨੈਲਾਂ ਨੂੰ ਵੀ ਜਰਨੈਲੀ ਸੜਕ ਵਰਤਣ ਦੀ ਭਜਨ ਲਾਲ ਨੇ ਆਗਿਆ ਨਹੀਂ ਦਿੱਤੀ ਸੀ। ਜਦੋਂ ਇਸ ਤਰ੍ਹਾਂ ਸਿੱਖ ਕਿਸਾਨਾਂ ਨੂੰ ਉਜਾੜਨ ਦੀ ਗੱਲ ਆਉਂਦੀ ਹੈ ਤਾਂ ਜ਼ਿਕਰ ਗੁਜਰਾਤ ਦਾ ਵੀ ਆਉਂਦਾ ਹੈ। ਗੁਜਰਾਤ ਸੂਬੇ ਦੀ ਜਿੱਥੇ ਦਹਾਕਿਆਂ ਤੋਂ ਸਿੱਖ ਰਹਿ ਰਹੇ ਸਨ। 1965 ਦੀ ਜੰਗ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਕੱਛ ਅਤੇ ਭੁਜ ਦੇ ਇਲਾਕੇ ਵਿੱਚ ਜ਼ਮੀਨ ਦੇ ਕੇ ਇਸ ਨੂੰ ਵਸਾਇਆ ਸੀ ਤਾਂ ਕਿ ਸਰਹੱਦ ਦੀ ਰਾਖੀ ਹੋਵੇ। ਦੂਜਾ, ਬੰਜਰ ਜ਼ਮੀਨਾਂ ਆਬਾਦ ਕੀਤੀਆਂ ਜਾ ਸਕਣ। 3000 ਸਿੱਖ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧੀਆਂ ਅਤੇ ਬੇਆਬਾਦ ਬੰਜਰ ਜ਼ਮੀਨਾਂ ਨੂੰ ਫਸਲਾਂ ਪੈਦਾ ਕਰਨ ਦੇ ਰੂਪ ਵਿੱਚ ਬਦਲ ਦਿੱਤਾ। 1975 ਦਾ ਐਕਟ ਦਾ ਸਹਾਰਾ ਲੈਂਦਿਆਂ ਸਿੱਖ ਕਿਸਾਨਾਂ ਨੂੰ ਬਾਹਰਲੇ ਦੱਸਿਆ ਅਤੇ ਜ਼ਮੀਨਾਂ ਦੱਬਣੀਆਂ ਸ਼ੁਰੂ ਕਰ ਦਿੱਤੀਆਂ। ਗੁਜਰਾਤ ਵਿੱਚ ਸਿੱਖ ਕਿਸਾਨਾਂ ਦੇ ਮਸਲੇ ਬਾਰੇ ਉੱਥੋਂ ਦੇ ਕਿਸਾਨ ਸੁਰਿੰਦਰ ਸਿੰਘ ਭੁੱਲਰ ਕੀ ਕਹਿੰਦੇ ਹਨ, ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। 2010 ਦੇ ਵਿੱਚ ਸਰ ਕਲੈਕਟਰ ਭੁੱਜ ਨੇ ਸਭ ਤੋਂ ਪਹਿਲਾਂ ਦਿੱਕਤ ਪੈਦਾ ਕੀਤੀ। ਇਹਨੇ ਸਾਡੀਆਂ ਜ਼ਮੀਨਾਂ ਫਰੀਜ਼ ਕਰਤੀਆਂ, 1000 ਦੇ ਕਰੀਬ ਬਾਕੀ ਕਰਦਾ ਜਾ ਰਿਹਾ ਸੀ। ਉਸ ਤੋਂ ਬਾਅਦ ਜੇ ਅਸੀਂ ਹਾਈ ਕੋਰਟ ਨਾ ਜਾਂਦੇ, ਫੰਡਾਮੈਂਟਲ ਰਾਈਟ ਦੇ ਤਹਿਤ ਸਾਡੇ 5000 ਪਰਿਵਾਰ ਦੀਆਂ ਸਾਨੂੰ ਫੁੱਲ ਯਕੀਨ ਹੈ ਵੀ ਇਹ ਜਿਹੜੀਆਂ ਸੀ ਇਹ ਸਾਨੂੰ ਦਿੱਕਤਾਂ ਪੇਸ਼ ਹੋਣੀਆਂ, ਨਾ ਸਾਰੀ ਜ਼ਮੀਨ ਫਰੀਜ਼ ਕਰ ਦੇਣੀ ਸੀ। ਬਾਕੀ ਹੋਰ ਦਿੱਕਤਾਂ ਨੇ। ਮੰਨ ਲਓ ਹੁਣ ਜਿਹੜੀ ਸਾਡੀ ਜ਼ਮੀਨ ਫਰੀਜ਼ ਹੋ ਗਈ ਹੈ, ਅਸੀਂ ਮਾਰਕੀਟ 'ਚ ਵੇਚਣ ਜਾਣੀ ਹੈ, ਅਸੀਂ ਉਹਨੂੰ ਖੁੱਲ ਕੇ ਨਹੀਂ ਵੇਚ ਸਕਦੇ। ਸਾਡੇ ਤੋਂ ਵਪਾਰੀ ਲੁੱਟ-ਸੁੱਟ ਕਰਕੇ ਲਿਜਾ ਰਿਹਾ, ਕਿਉਂਕਿ ਜਦੋਂ ਅਸੀਂ ਸਰਕਾਰੀ ਮਾਰਕੀਟ 'ਚ ਲੈ ਕੇ ਜਾਵਾਂਗੇ ਉਹ ਸਾਡੇ ਤੋਂ ਜਮ੍ਹਾਂਬੰਦੀ ਮੰਗੇਗਾ। ਜਮ੍ਹਾਂਬੰਦੀ ਨਾ ਹੋਣ ਦੀ ਵਜ੍ਹਾ ਕਰਕੇ, ਜਮ੍ਹਾਂਬੰਦੀ ਸਾਡੀ ਫਰੀਜ਼ ਹੋਣ ਦੀ ਵਜ੍ਹਾ ਕਰਕੇ ਅਸੀਂ ਉਹਨੂੰ ਕੌਡੀਆਂ ਦੇ ਭਾਅ ਬਾਹਰ ਵੇਚ ਰਹੇ ਹਾਂ। ਇਹ ਸਾਡੀ ਬੜੀ ਵੱਡੀ ਦਿੱਕਤ ਹੈ। ਕਿੰਨੇ ਏਕੜ ਜ਼ਮੀਨ ਹੈ ਟੋਟਲ ਗੱਲ ਕੀਤੀ ਇਹ ਜੀ ਅਸੀਂ 1000 ਪਰਿਵਾਰ ਦੀ ਤਾਂ ਜ਼ਮੀਨ ਫਰੀਜ਼ ਹੋ ਗਈ। 5000 ਪਰਿਵਾਰ ਤੁਸੀਂ ਟੋਟਲ ਗਿਣ ਲਓ, ਉਹਦੀ 25 ਏਕੜ ਔਸਤ ਦਾ ਵੀ ਹਿਸਾਬ ਲਾਓ। ਨੀਅਰ ਅਬਾਊਟ ਕਿੰਨੇ ਬਣ ਗਏ ਗਿਰੀ ਸਾਹਿਬ? 1,25,000 ਏਕੜ ਜ਼ਮੀਨ ਜਿਹੜੀ ਹੈ ਨੀਅਰ ਅਬਾਊਟ ਬਣਦੀ ਹੈ ਸਰ। ਗੁਜਰਾਤ ਸਰਕਾਰ ਨੇ ਫਰਮਾਨ ਜਾਰੀ ਕੀਤਾ ਕਿ ਸਿੱਖ ਕਿਸਾਨ ਆਪਣੀਆਂ ਜ਼ਮੀਨਾਂ ਛੱਡ ਕੇ ਆਪਣੇ ਪਿਤਰੀ ਰਾਜ ਪੰਜਾਬ ਵਿੱਚ ਚਲੇ ਜਾਣ। ਸੂਬਾ ਸਰਕਾਰ ਦੇ ਇਸ ਸ਼ਾਹੀ ਫਰਮਾਨ ਨੂੰ ਸਿੱਖ ਕਿਸਾਨਾਂ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਇਸ ਕੇਸ ਸੰਬੰਧੀ ਵਿਦਵਾਨ ਜੱਜਾਂ ਨੇ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦਿੱਤਾ। ਗੁਜਰਾਤ ਵਿੱਚ ਫੈਕਟਰੀਆਂ ਲੱਗਣ ਕਰਕੇ ਜ਼ਮੀਨਾਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਸਨ ਅਤੇ ਭੂ ਮਾਫੀਆ ਚਾਹੁੰਦਾ ਸੀ ਕਿ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਤੋਂ ਹਥਿਆ ਲਈਆਂ ਜਾਣ। ਸਿੱਖ ਕਿਸਾਨਾਂ ਨੇ ਹੱਕ ਵਿੱਚ ਆਏ ਫੈਸਲੇ ਦੇ ਵਿਰੁੱਧ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦੁਬਾਰਾ ਕੇਸ ਠੋਕ ਦਿੱਤਾ। ਇਸ ਦਾ ਸਿੱਧਾ ਭਾਵ ਇਹ ਸੀ ਕਿ ਗੁਜਰਾਤ ਸਰਕਾਰ ਸਿੱਖ ਕਿਸਾਨਾਂ ਨੂੰ ਧੱਕੇ ਨਾਲ ਉਜਾੜਨ ਉੱਤੇ ਤੁਲੀ ਬੈਠੀ ਸੀ। ਇਸ ਕੇਸ ਦਾ ਇੱਕ ਪਹਿਲੂ ਇਹ ਵੀ ਸੀ ਕਿ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਤੇ ਪੰਜਾਬ ਵਿੱਚ ਅਕਾਲੀ ਦਲ, ਜੋ ਕਿ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਰਾਜ ਕਰ ਰਿਹਾ ਸੀ, ਪਰ ਫਿਰ ਵੀ ਸਿੱਖਾਂ ਦੀ ਸੁਣਵਾਈ ਨਹੀਂ ਸੀ ਹੋ ਰਹੀ। ਸਵਾਲ ਪੈਦਾ ਹੁੰਦਾ ਹੈ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਘਰ, ਜਾਇਦਾਦਾਂ ਤੇ ਜ਼ਮੀਨਾਂ ਛੱਡ ਕੇ ਪੰਜਾਬੀ ਸਿੱਖ ਹੁਣ ਉਜੜ ਕੇ ਜਾਣ ਤਾਂ ਜਾਣ ਕਿੱਥੇ? ਕੇਵਲ ਜ਼ਮੀਨਾਂ ਹੀ ਨਹੀਂ, ਉਹਨਾਂ ਦੇ ਘਰ ਤੱਕ ਢਾਹ ਦਿੱਤੇ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਨਜਾਇਜ਼ ਕਲੋਨੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਦੂਜੇ ਪਾਸੇ ਮਿਹਨਤ ਨਾਲ ਬਣਾਏ ਗਏ ਘਰ ਅਤੇ ਜ਼ਮੀਨਾਂ ਤੋਂ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ। ਆਖਿਰ ਜ਼ਮੀਨਾਂ ਉੱਤੇ ਇਸ ਤਰ੍ਹਾਂ ਕਬਜ਼ੇ ਕਿਉਂ ਹੋ ਰਹੇ ਨੇ? ਕਿਉਂ ਇਸ ਤਰ੍ਹਾਂ ਦੀਆਂ ਉਜਾੜੇ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ? ਆਓ ਨਜ਼ਰ ਮਾਰਦੇ ਹਾਂ ਇਸ ਰਿਪੋਰਟ ਦੇ ਵਿੱਚ। 1950 ਵਿੱਚ ਪੰਜਾਬ ਤੋਂ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਭਾਰਤ ਸਰਕਾਰ ਨੇ ਕਈ ਸੂਬਿਆਂ ਵਿੱਚ ਉੱਥੋਂ ਦੀਆਂ ਬੰਜਰ ਜ਼ਮੀਨਾਂ ਨੂੰ ਆਬਾਦ ਕਰਨ ਲਈ ਭੇਜਿਆ। ਅੰਡੇਮਾਨ, ਜਿਸ ਨੂੰ ਕਾਲਾ ਪਾਣੀ ਕਿਹਾ ਜਾਂਦਾ ਹੈ, ਟਾਪੂ ਦੇ ਉੱਤੇ ਵੀ ਸਿੱਖ ਫੌਜੀਆਂ ਨੂੰ ਭੇਜਿਆ ਗਿਆ, ਜੋ ਅੱਜ ਵੀ ਸਿੱਖ ਟਾਪੂ ਖਵਾਉਂਦਾ ਹੈ। ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਰਿਆਸਤ ਦੇ ਸ਼ਿਵਪੁਰੀ ਇਲਾਕੇ ਵਿੱਚ ਉੱਥੇ ਸਿੱਖਾਂ ਨੂੰ ਜ਼ਮੀਨ ਦਿੱਤੀ ਗਈ। ਰਾਜਸਥਾਨ ਦੀ ਅਲਵਰ ਸਟੇਟ ਕੋਟਾ, ਬੂੰਦੀ ਵਿੱਚ ਵੀ ਸਿੱਖਾਂ ਨੂੰ ਆਬਾਦ ਕੀਤਾ ਗਿਆ। ਐਦਾਂ ਹੀ ਗੁਜਰਾਤ ਵਿੱਚ ਸਿੱਖਾਂ ਨੂੰ ਵਸਾਇਆ ਗਿਆ। ਉੱਤਰ ਪ੍ਰਦੇਸ਼ ਦਾ ਸਾਰਾ ਤਰਾਈ ਇਲਾਕਾ, ਪੀਲੀਭੀਤ ਦਾ ਇਲਾਕਾ ਸਿੱਖਾਂ ਨੂੰ ਪੰਡਿਤ ਪੰਤ ਨੇ ਦਿੱਤਾ ਸੀ।
ਹਰਿਆਣਾ ਵਿੱਚ ਭੋਇਬਾ, ਕੈਥਲ, ਗੂਹਲਾ, ਚੀਕਾ ਇਲਾਕੇ ਦੇ ਵਿੱਚ ਕਰੀਬ 10,000 ਸਿੱਖ ਪਰਿਵਾਰਾਂ ਨੂੰ ਵਸਾਇਆ ਗਿਆ। ਸਰਦਾਰ ਪ੍ਰਤਾਪ ਸਿੰਘ ਕੈਰੋਂ ਉਦੋਂ ਵਜ਼ੀਰ ਸਨ। ਜਿਹੜੇ ਸਿੱਖ ਕਿਸਾਨ ਉੱਥੇ ਗਏ ਉਹਨਾਂ ਨੂੰ ਪੱਟੀ ਉੱਤੇ ਜ਼ਮੀਨਾਂ 25 ਸਾਲ ਲਈ ਦਿੱਤੀਆਂ ਗਈਆਂ ਅਤੇ ਮਾਲਕੀਅਤ ਹੱਕ ਨਹੀਂ ਦਿੱਤੇ ਗਏ। ਜਦੋਂ ਪਹਿਲਾ ਲੀਜ਼ ਖਤਮ ਹੋਈ ਫਿਰ ਇਸ ਨੂੰ ਵਧਾ ਦਿੱਤਾ ਗਿਆ। ਹਰਿਆਣੇ ਵਿੱਚ ਪੰਜਾਬੀ ਸਿੱਖ ਕਿਸਾਨਾਂ ਨੂੰ ਉਜਾੜਨ ਦੀ ਤਿਆਰੀ ਸੀ, ਪਰ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ 10,000 ਪਰਿਵਾਰਾਂ ਨੂੰ 30,000 ਏਕੜ ਜ਼ਮੀਨ ਦਾ ਪੱਟਾ 99 ਸਾਲ ਲਈ ਦਿੱਤਾ। ਇਹਨਾਂ ਕਿਸਾਨਾਂ ਨੇ ਰੱਬ ਦਾ ਸ਼ੁਕਰ ਮਨਾਇਆ ਕਿ ਉਹ ਬੇਘਰ ਹੁਣ ਬਚ ਗਏ ਅਤੇ ਮੁੜ ਜ਼ਮੀਨਾਂ ਦੇ ਮਾਲਕ ਬਣ ਗਏ। ਇਹ ਸਿਹਰਾ ਭੁਪਿੰਦਰ ਸਿੰਘ ਹੁੱਡਾ ਨੂੰ ਜਾਂਦਾ ਹੈ ਕਿ ਉਹਨਾਂ ਨੇ ਖੁੱਲ੍ਹਦਿਲੀ ਵਿਖਾਈ ਅਤੇ ਫੈਸਲਾ ਕੀਤਾ। ਆਖਰ ਮਸਲਾ ਇਹ ਹੈ ਕਿ ਸਰਕਾਰਾਂ ਵੱਲੋਂ ਭਾਵੇਂ ਜ਼ਮੀਨਾਂ ਸਿੱਖ ਪੰਜਾਬੀ ਕਿਸਾਨਾਂ ਨੂੰ ਪੱਟ 'ਤੇ ਦਿੱਤੀਆਂ ਜਾਂਦੀਆਂ ਹਨ, ਪਰ ਜਦੋਂ ਸਮਾਂ ਆਉਂਦਾ ਤਾਂ ਉਹਨਾਂ ਉੱਤੇ ਉਜਾੜੇ ਦੀ ਤਲਵਾਰ ਲਟਕਣ ਲੱਗਦੀ ਹੈ। ਕਈ ਦਹਾਕਿਆਂ ਤੋਂ ਬੰਜਰ ਜ਼ਮੀਨਾਂ ਨੂੰ ਆਪਣੇ ਖੂਨ ਪਸੀਨੇ ਨਾਲ ਆਬਾਦ ਕਰਨ ਵਾਲੇ ਸਿੱਖ ਹਜੇ ਵੀ ਆਪਣੀਆਂ ਜ਼ਮੀਨਾਂ ਦੇ ਮਾਲਕ ਨਹੀਂ ਜਾਪਦੇ। ਲੋੜ ਹੈ ਕਿ ਸਾਰੇ ਦੇਸ਼ ਦੇ ਵਿੱਚ ਸਾਰੇ ਦੇਸ਼ ਦਾ ਕਾਨੂੰਨ ਹਰ ਇੱਕ ਨਾਗਰਿਕ ਦੇ ਬਰਾਬਰ ਇੱਕੋ ਜਿਹਾ ਹੋਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ। ਸੋ ਅੱਜ ਦੇ ਸਟੋਰੀ ਆਫ ਦਾ ਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ ਹੈ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।